ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ ਯੂਐਸਏ ਟੀਵੀ। ਮੇਰਾ ਨਾਮ ਜਤਿੰਦਰ ਸਿੰਘ ਖਹਿਰਾ। ਖਬਰਾਂ ਦੇ ਇਸ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ। ਨਿਗਾਹ ਮਾਰਦੇ ਹਾਂ ਚੋਣਵੀਆਂ ਖਬਰਾਂ ਤੇ। ਸਰੀ ਵਿੱਚ ਕੈਨੇਡਾ ਦੀ ਨਾਮਵਰ ਸਿੱਖ ਸ਼ਖਸੀਅਤ ਰਿਪੁਦਮਨ ਸਿੰਘ ਮਲਿਕ ਦੀ ਗੋਲੀ ਮਾਰ ਕੇ ਹੱਤਿਆ। ਰਿਪੁਦਮਨ ਸਿੰਘ ਦੀ ਹੱਤਿਆ ਪਿੱਛੇ ਮਕਸਦ ਦਾ ਪਤਾ ਲਗਾ ਰਹੀ ਹੈ ਪੁਲਿਸ। ਰਾਜਪਾਲ ਨੂੰ ਮਿਲਿਆ ਅਕਾਲੀ ਦਲ ਦਾ ਵਫਦ। ਸੁਖਬੀਰ ਬਾਦਲ ਨੇ ਮੂਸੇਵਾਲਾ ਕਤਲ ਕੇਸ 'ਚ ਮੰਗੀ ਸੀਬੀਆਈ ਜਾਂਚ। ਰਾਘਵ ਚੱਡਾ ਦਾ ਵੱਡਾ ਬਿਆਨ, ਕਿਹਾ ਸੰਸਦ ਦੇ ਵਿੱਚ ਬੈਨ ਕੀਤੇ ਸ਼ਬਦ ਭਾਜਪਾ ਦੀ ਕਾਰਗੁਜ਼ਾਰੀ ਦਾ ਕਰਦੇ ਨੇ ਵਰਣਨ। ਬਰਖਾਸਤ ਕੀਤੇ ਗਏ ਅਟਾਰਨੀ ਰਿਚਰਡ ਐਲੈਕਸ ਵਿਰੁੱਧ ਆਪਣੀ ਪਤਨੀ ਤੇ ਪੁੱਤਰ ਦੀ ਹੱਤਿਆ ਦੇ ਦੋਸ਼, ਹੋ ਸਕਦੀ ਹੈ 30 ਸਾਲ ਦੀ ਸਜ਼ਾ। ਫਲੋਰੀਡਾ ਦੀ ਇੱਕ ਔਰਤ ਵਿਰੁੱਧ ਨਫ਼ਰਤੀ ਅਪਰਾਧ ਤਹਿਤ ਚੱਲੇਗਾ ਮੁਕੱਦਮਾ। ਤੇ ਹੁਣ ਖਬਰਾਂ ਵਿਸਤਾਰ ਦੇ ਨਾਲ। ਕੈਨੇਡਾ ਦੀ ਨਾਮਵਰ ਸਿੱਖ ਸ਼ਖਸੀਅਤ ਰਿਪੁਦਮਨ ਸਿੰਘ ਮਲਿਕ ਦੀ ਵੀਰਵਾਰ ਸਵੇਰੇ ਸਰੀ ਦੇ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਇਹ ਮੰਦਭਾਗੀ ਘਟਨਾ ਅੱਜ ਸਵੇਰੇ 9:26 ਤੇ 128 ਸਟਰੀਟ ਦੇ 8200 ਬਲਾਕ ਦੇ ਵਿੱਚ ਵਾਪਰੀ ਹੈ। ਸੂਚਨਾ ਮਿਲਣ ਤੇ ਪੁਲਿਸ ਘਟਨਾ ਸਥਾਨ ਤੇ ਪਹੁੰਚੀ ਅਤੇ ਜ਼ਖਮੀ ਹਾਲਤ ਵਿੱਚ ਪਏ ਸਰਦਾਰ ਮਲਿਕ ਨੂੰ ਮੁੱਢਲੀ ਸਹਾਇਤਾ ਦਿੱਤੀ, ਪਰ ਉਹਨਾਂ ਦੀ ਮੌਕੇ ਤੇ ਮੌਤ ਹੋ ਗਈ। ਸਰੀ ਆਰਸੀ ਐਮਪੀ ਅਨੁਸਾਰ ਉਹਨਾਂ ਦਾ ਮੰਨਣਾ ਹੈ ਕਿ ਇਹ ਮਿੱਥ ਕੇ ਕੀਤੀ ਹੋਈ ਗੋਲੀਬਾਰ ਦੀ ਘਟਨਾ ਹੈ। ਇਸ ਘਟਨਾ ਤੋਂ ਥੋੜੀ ਦੇਰ ਬਾਅਦ ਕਥਿਤ ਕਾਤਲ ਵੱਲੋਂ ਵਰਤੀ ਗਈ ਸ਼ੱਕੀ ਕਾਰ 82 ਐਵਨਿਊ ਦੇ 12200 ਬਲਾਕ ਦੇ ਵਿੱਚ ਅੱਗ ਦੀ ਲਪੇਟ ਦੇ ਵਿੱਚ ਆਈ ਵੇਖੀ ਗਈ। ਜਾਂਚ ਅਜੇ ਮੁੱਢਲੇ ਪੜਾਅ ਦੇ ਵਿੱਚ ਹੈ ਤੇ ਪੁਲਿਸ ਸ਼ੱਕੀ ਵਿਅਕਤੀ ਅਤੇ ਉਸ ਵੱਲੋਂ ਵਰਤੀ ਗਈ ਦੂਜੀ ਕਾਰ ਦੀ ਭਾਲ ਕਰ ਰਹੀ ਹੈ। ਗੋਲੀਬਾਰੀ ਤੋਂ ਤੁਰੰਤ ਬਾਅਦ ਮੌਕੇ ਦਾ ਦੌਰਾ ਕਰਨ ਵਾਲੇ ਸੂਤਰਾਂ ਅਨੁਸਾਰ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਬੰਦੂਕਧਾਰੀ ਦਾ ਮੂੰਹ ਪੂਰੀ ਤਰ੍ਹਾਂ ਢੱਕਿਆ ਹੋਇਆ ਸੀ ਅਤੇ ਉਸ ਦੇ ਦੋਵੇਂ ਹੱਥਾਂ ਦੇ ਵਿੱਚ ਬੰਦੂਕ ਸੀ। ਜਿੱਥੇ ਇਹ ਘਟਨਾ ਵਾਪਰੀ ਹੈ, ਸਰਦਾਰ ਮਲਿਕ ਦਾ ਉੱਥੇ ਆਪਣਾ ਕਾਰੋਬਾਰੀ ਦਫ਼ਤਰ ਸੀ ਅਤੇ ਉਹ ਹਰ ਰੋਜ਼ ਇਸ ਦਫ਼ਤਰ ਦੇ ਵਿੱਚ ਆਉਂਦੇ ਸਨ। ਇਸ ਕਾਰੋਬਾਰੀ ਪਲਾਜ਼ੇ ਦੇ ਵਿੱਚ ਉਹਨਾਂ ਦੇ ਕੱਪੜੇ ਤੇ ਇੰਪੋਰਟ ਐਕਸਪੋਰਟ ਦੇ ਵੱਡੇ ਸਟੋਰ ਸਨ। ਜ਼ਿਕਰਯੋਗ ਹੈ ਕਿ ਰਿਪੁਦਮਨ ਸਿੰਘ ਮਲਿਕ ਖਾਲਸਾ ਕ੍ਰੈਡਿਟ ਯੂਨੀਅਨ ਦੇ ਬਾਨੀ ਸਨ। ਉਹਨਾਂ ਵੱਲੋਂ 1986 ਤੋਂ ਖਾਲਸਾ ਸਕੂਲ ਚਲਾ ਰਹੇ ਸਤਨਾਮ ਐਜੂਕੇਸ਼ਨ ਕੈਨੇਡਾ ਦੇ ਚੇਅਰਮੈਨ ਸਨ ਅਤੇ ਬਹੁਤ ਵੱਡੇ ਬਿਜ਼ਨਸਮੈਨ ਸਨ। 75 ਵਰ੍ਹਿਆਂ ਦੇ ਰਿਪੁਦਮਨ ਸਿੰਘ ਮਲਿਕ ਦਾ ਜਨਮ ਫਿਰੋਜ਼ਪੁਰ ਪੰਜਾਬ ਦੇ ਵਿਖੇ 1947 ਦੇ ਵਿੱਚ ਹੋਇਆ। 1972 ਦੇ ਵਿੱਚ ਉਹ ਕੈਨੇਡਾ ਆ ਗਏ ਸਨ ਅਤੇ ਟੈਕਸੀ ਚਾਲਕ ਤੋਂ ਜ਼ਿੰਦਗੀ ਸ਼ੁਰੂ ਕਰਕੇ ਉਹ ਇਸ ਉੱਚੇ ਮੁਕਾਮ ਤੇ ਪੁੱਜੇ ਸਨ। ਉਹ ਆਪਣੇ ਪਿੱਛੇ ਧਰਮ ਪਤਨੀ, 4 ਪੁੱਤਰ ਅਤੇ 1 ਧੀ ਛੱਡ ਗਏ ਨੇ। 23 ਜੂਨ 1985 ਨੂੰ ਆਇਰਲੈਂਡ ਦੇ ਤੱਟ ਉੱਤੇ ਏਅਰ ਇੰਡੀਆ ਦੇ ਇੱਕ ਜੈਟ ਜਹਾਜ਼ ਨੂੰ ਸੂਟਕੇਸ ਬੰਬ ਦੇ ਨਾਲ ਉਡਾਏ ਜਾਣ ਦੇ ਸਬੰਧ ਵਿੱਚ ਰਿਪੁਦਮਨ ਸਿੰਘ ਮਲਿਕ ਅਤੇ ਅਜਾਇਬ ਸਿੰਘ ਬਾਗੜੀ ਉੱਤੇ 329 ਫਰਸਟ ਡਿਗਰੀ ਕਤਲ ਦੇ ਦੋਸ਼ ਲਾਏ ਗਏ ਸਨ। ਇਸ ਜਹਾਜ਼ ਦੇ ਵਿੱਚ ਸਵਾਰ 329 ਮੁਸਾਫਰ ਮਾਰੇ ਗਏ ਸਨ। ਲੰਬਾ ਸਮਾਂ ਚੱਲੇ ਇਸ ਮੁਕੱਦਮੇ ਤੋਂ ਬਾਅਦ ਮਾਰਚ 2005 ਦੇ ਵਿੱਚ ਉਹਨਾਂ ਨੂੰ ਬਾਇਜ਼ਤ ਬਰੀ ਕਰ ਦਿੱਤਾ ਗਿਆ ਸੀ। ਰਿਪੁਦਮਨ ਸਿੰਘ ਮਲਿਕ ਨਵੰਬਰ-ਦਸੰਬਰ 2019 ਦੇ ਵਿੱਚ 25 ਸਾਲਾਂ ਦੇ ਵਕਫੇ ਤੋਂ ਬਾਅਦ ਭਾਰਤ ਗਏ। ਜਦੋਂ ਸਰਕਾਰ ਨੇ ਸਿੱਖਾਂ ਦੀ ਕਾਲੀ ਸੂਚੀ ਰੱਦ ਕਰ ਦਿੱਤੀ ਗਈ ਸੀ, ਉਹਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਪੱਤਰ ਲਿਖ ਕੇ ਸਿੱਖਾਂ ਲਈ ਚੁੱਕੇ ਗਏ ਕਦਮਾਂ ਦੇ ਲਈ ਧੰਨਵਾਦ ਪ੍ਰਗਟ ਕੀਤਾ ਸੀ ਅਤੇ ਨਾਲ ਹੀ ਸਿੱਖ ਭਾਈਚਾਰੇ ਨੂੰ ਇਹ ਵੀ ਅਪੀਲ ਕੀਤੀ ਸੀ ਕਿ ਪ੍ਰਧਾਨ ਮੰਤਰੀ ਦੇ ਕਈ ਪੱਖੀ ਕਦਮਾਂ ਨੂੰ ਦੇਖਦੇ ਹੋਏ ਉਹਨਾਂ ਦੀ ਆਲੋਚਨਾ ਕਰਨਾ ਸਹੀ ਨਹੀਂ ਹੈ। ਪਿਛਲੇ ਸਮੇਂ ਦੌਰਾਨ ਕੈਨੇਡਾ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਛਪਾਈ ਨੂੰ ਲੈ ਕੇ ਵੀ ਉਸ ਦੇ ਵਿਵਾਦਾਂ ਦੇ ਵਿੱਚ ਘਿਰੇ ਰਹੇ ਨੇ। ਏਅਰ ਇੰਡੀਆ ਕਨਿਸ਼ਕ ਅੱਤਵਾਦੀ ਬੰਬ ਧਮਾਕੇ ਦੇ ਕੇਸ ਵਿੱਚ ਬਰੀ ਕੀਤੇ ਗਏ 75 ਸਾਲਾ ਰਿਪੁਦਮਨ ਸਿੰਘ ਮਲਿਕ ਦੀ ਕਥਿਤ ਤੌਰ ਤੇ ਗੋਲੀਬਾਰੀ ਦੇ ਵਿੱਚ ਮੌਤ ਹੋ ਗਈ ਹੈ। ਕੈਨੇਡੀਅਨ ਪੁਲਿਸ ਦਾ ਕਹਿਣਾ ਹੈ ਕਿ ਉਹ ਹਮਲੇ ਦੇ ਪਿੱਛੇ ਦੇ ਮਕਸਦ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਅਧਿਕਾਰੀਆਂ ਨੇ ਦੱਸਿਆ ਹੈ ਕਿ ਰਿਪੁਦਮਨ ਸਿੰਘ ਮਲਿਕ ਅਤੇ ਅਜਾਇਬ ਸਿੰਘ ਬਾਗੜੀ ਨੂੰ ਅਦਾਲਤ ਨੇ ਮਾਰਚ 2005 ਦੇ ਵਿੱਚ ਏਅਰ ਇੰਡੀਆ ਕਨਿਸ਼ਕ ਬੰਬ ਧਮਾਕੇ ਦੇ ਕੇਸ ਵਿੱਚ ਬਰੀ ਕਰ ਦਿੱਤਾ ਸੀ। ਬੰਬ ਨੂੰ ਵੈਨਕੂਵਰ ਹਵਾਈ ਅੱਡੇ ਦੇ ਜਹਾਜ਼ ਦੇ ਵਿੱਚ ਸੂਟਕੇਸ ਦੇ ਵਿੱਚ ਰੱਖਿਆ ਗਿਆ ਸੀ, ਜਿਸ ਨੂੰ ਫਿਰ ਏਅਰ ਇੰਡੀਆ 182 ਤੇ ਟੋਰਾਂਟੋ ਪਹੁੰਚਾਇਆ ਗਿਆ। ਇਹ ਜਹਾਜ਼ 23 ਜੂਨ 1985 ਨੂੰ ਆਇਰਲੈਂਡ ਦੇ ਤੱਟ ਤੇ ਐਟਲਾਂਟਿਕ ਮਹਾਸਾਗਰ 'ਚ ਹਾਦਸਾਗ੍ਰਸਤ ਹੋ ਗਿਆ ਸੀ, ਜਿਸ 'ਚ 24 ਭਾਰਤੀਆਂ ਸਮੇਤ 329 ਲੋਕਾਂ ਦੀ ਮੌਤ ਹੋ ਗਈ। ਇੱਕ ਹੋਰ ਬੰਬ ਵੀ ਜਾਪਾਨ ਵਿੱਚ ਜਾਣ ਵਾਲੀ ਏਅਰ ਇੰਡੀਆ ਦੀ ਉਡਾਣ ਦੇ ਵਿੱਚ ਲਗਾਏ ਜਾਣ ਦੀ ਸਾਜ਼ਿਸ਼ ਸੀ, ਪਰ ਇਹ ਟੋਕੀਓ ਦੇ ਨਾਰਿਤਾ ਹਵਾਈ ਅੱਡੇ ਤੇ ਫਟ ਗਿਆ। ਇਸ ਵਿੱਚ 2 ਮੁਲਜ਼ਮਾਂ ਦੀ ਮੌਤ ਹੋ ਗਈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਸਮੇਤ ਪਾਰਟੀ ਦੇ ਵਫਦ ਨੇ ਅੱਜ ਚੰਡੀਗੜ੍ਹ ਵਿਖੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦੇ ਨਾਲ ਮੁਲਾਕਾਤ ਕੀਤੀ ਹੈ। ਇਸ ਮੌਕੇ ਉਹਨਾਂ ਨੇ ਭਗਵੰਤ ਮਾਨ ਦੇ ਵੱਲੋਂ ਚੰਡੀਗੜ੍ਹ ਦੇ ਮੁੱਦੇ, ਸਿੱਧੂ ਮੂਸੇਵਾਲਾ ਦੇ ਕਤਲ ਦੇ ਇਨਸਾਫ, ਮੂਸੇਵਾਲੇ ਦੇ ਗੀਤ SYL ਅਤੇ ਕੰਵਰ ਗਰੇਵਾਲ ਦੇ ਗੀਤ ਰਿਹਾਈ ਨੂੰ ਬੈਨ ਕਰਨ ਦੇ ਸਬੰਧ 'ਚ ਰਾਜਪਾਲ ਨੂੰ ਇੱਕ ਮੰਗ ਪੱਤਰ ਸੌਂਪਿਆ। ਮੁਲਾਕਾਤ ਮਗਰੋਂ ਸੁਖਬੀਰ ਸਿੰਘ ਬਾਦਲ ਨੇ ਸੰਬੋਧਨ ਕਰਦੇ ਹੋਏ ਉਹਨਾਂ ਕਿਹਾ ਕਿ ਅਸੀਂ ਰਾਜਪਾਲ ਦੇ ਨਾਲ ਮੁਲਾਕਾਤ ਕਰਕੇ ਕਲੀਅਰ ਕਰਕੇ ਆਏ ਹਾਂ ਕਿ ਪੰਜਾਬ ਦੀ ਜਨਤਾ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ ਕਿ
ਚੰਡੀਗੜ੍ਹ ਜੋ ਪੰਜਾਬ ਦਾ ਹਿੱਸਾ ਹੈ ਉਸ ਦਾ 1 ਇੰਚ ਵੀ ਹਰਿਆਣਾ ਜਾਂ ਫਿਰ ਕਿਸੇ ਹੋਰ ਸੂਬੇ ਨੂੰ ਦਿੱਤਾ ਜਾਵੇ। ਚੰਡੀਗੜ੍ਹ ਦੇ ਮੁੱਦੇ ਤੇ ਭਗਵੰਤ ਮਾਨ ਨੇ ਬਹੁਤ ਹੀ ਖਤਰਨਾਕ ਬਿਆਨ ਦਿੱਤਾ ਹੈ। ਉਹਨਾਂ ਕਿਹਾ ਕਿ ਚੰਡੀਗੜ੍ਹ ਪੰਜਾਬ ਦਾ ਹਿੱਸਾ ਹੈ ਅਤੇ ਕਿਸੇ ਵੀ ਹਾਲ ਦੇ ਵਿੱਚ ਵੱਖ ਨਹੀਂ ਹੋਣ ਦੇਵਾਂਗੇ। ਨਵ ਨਿਯੁਕਤ ਕੀਤੇ ਗਏ ਚੇਅਰਮੈਨ ਸੰਬੰਧੀ ਸੁਖਬੀਰ ਬਾਦਲ ਨੇ ਐਕਟਿੰਗ ਮੁੱਖ ਮੰਤਰੀ ਰਾਘਵ ਚੱਡਾ ਅਤੇ ਅਸਲੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਦੱਸਿਆ। ਪਹਿਲੀ ਵਾਰ ਅਜਿਹਾ ਹੋਇਆ ਹੈ ਕਿ ਪੰਜਾਬ 'ਚ ਐਕਟਿੰਗ ਮੁੱਖ ਮੰਤਰੀ ਬਣ ਗਿਆ ਹੈ। ਜਨਤਾ ਨੇ ਵੋਟਾਂ ਪਾ ਕੇ ਭਗਵੰਤ ਮਾਨ ਨੂੰ ਮੁੱਖ ਮੰਤਰੀ ਚੁਣਿਆ ਹੈ, ਨਾ ਕਿ ਰਾਘਵ ਚੱਡਾ ਨੂੰ। ਉਹਨਾਂ ਕਿਹਾ ਕਿ ਅੱਜ ਚੇਅਰਮੈਨ ਬਣਾ ਕੇ ਰਾਘਵ ਚੱਡਾ ਨੂੰ ਸਾਰੀਆਂ ਪਾਵਰਾਂ ਦੇ ਦਿੱਤੀਆਂ ਗਈਆਂ ਨੇ। ਉਹਨਾਂ ਕਿਹਾ ਕਿ ਸਾਰੇ ਫੈਸਲੇ ਕੇਜਰੀਵਾਲ ਵੱਲੋਂ ਹੋ ਰਹੇ ਨੇ। ਸਿੱਧੂ ਮੂਸੇਵਾਲਾ ਕਤਲकांड ਨੂੰ ਲੈ ਕੇ ਸੁਖਬੀਰ ਸਿੰਘ ਬਾਦਲ ਨੇ ਸੀਬੀਆਈ ਦੀ ਜਾਂਚ ਦੀ ਮੰਗ ਕੀਤੀ ਹੈ। ਉਹਨਾਂ ਕਿਹਾ ਕਿ ਸਿੱਧੂ ਮੂਸੇਵਾਲਾ ਕਤਲ 'ਚ ਹੁਣ ਤੱਕ ਪੰਜਾਬ ਪੁਲਿਸ ਨੇ ਕੋਈ ਮੁਲਜ਼ਮ ਨਹੀਂ ਫੜਿਆ, ਸਗੋਂ ਦਿੱਲੀ ਦੀ ਪੁਲਿਸ ਨੇ ਹੀ ਮੁਲਜ਼ਮ ਗ੍ਰਿਫਤਾਰ ਕੀਤੇ ਨੇ। ਇਸ ਦਾ ਮਤਲਬ ਇਹ ਹੈ ਕਿ ਪੰਜਾਬ ਪੁਲਿਸ ਇਸ ਕੇਸ ਨੂੰ ਹੱਲ ਨਹੀਂ ਕਰਨਾ ਚਾਹੁੰਦੀ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਸਿਕਿਉਰਿਟੀ ਨੂੰ ਘਟਾਉਣ ਵਾਲੇ ਅਫਸਰ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਸ ਕੇਸ ਦੇ ਵਿੱਚ ਫਸਣਗੇ, ਕਿਉਂਕਿ ਉਹਨਾਂ ਦੇ ਵੱਲੋਂ ਸਿਕਿਉਰਿਟੀ ਘਟਾਉਣ ਦੇ ਆਰਡਰ ਦਿੱਤੇ ਗਏ ਸਨ। ਇਸ ਕੇਸ 'ਚ ਤਾਂ ਹੀ ਇਨਸਾਫ ਮਿਲੇਗਾ ਜਿਨ੍ਹਾਂ ਨੇ ਕਾਨੂੰਨ ਤੋੜ ਕੇ ਸਿਕਿਉਰਿਟੀ ਨੂੰ ਘਟਾਇਆ ਹੈ ਤੇ ਜਦੋਂ ਇਸ ਕੇਸ 'ਚ ਸਿਕਿਉਰਿਟੀ ਘਟਾਉਣ ਵਾਲੇ ਅੰਦਰ ਜਾਣਗੇ। ਉਹਨਾਂ ਕਿਹਾ ਕਿ ਸੀਬੀਆਈ ਮਾਮਲਾ ਜਾਂਚ ਪੂਰੀ ਤਰ੍ਹਾਂ ਹੁਣ ਨਿਰਪੱਖ ਕਰੇਗੀ ਔਰ ਇਸ ਮਾਮਲੇ ਦੇ ਵਿੱਚ ਨਿਆਂ ਮਿਲੇਗਾ। ਅਸੀਂ ਸਿੱਧੂ ਮੂਸੇਵਾਲਾ ਕੇਸ ਵਿੱਚ ਵੀ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਹੈ ਕਿ ਸੀਬੀਆਈ ਨੂੰ ਇਨਕੁਆਇਰੀ ਦਿੱਤੀ ਜਾਏ। ਕਿੰਨੇ ਮਹੀਨੇ ਹੋ ਗਏ ਮਰਡਰ ਨੂੰ, ਦੇਖੋ ਇੱਕ ਵੀ ਦੋਸ਼ੀ ਪੰਜਾਬ ਪੁਲਿਸ ਨੇ ਨਹੀਂ ਫੜਿਆ, ਸਾਰੇ ਦਿੱਲੀ ਪੁਲਿਸ ਨੇ ਫੜੇ ਹੈ ਜੋ ਸੈਂਟਰ ਥੱਲੇ ਹੈ। ਮਤਲਬ ਕੀ ਹੈ? ਪੰਜਾਬ ਪੁਲਿਸ ਆ ਕੇਸ ਸੋਲਵ ਨਹੀਂ ਕਰਨਾ ਚਾਹੁੰਦੀ, ਕਿਉਂਕਿ ਉਹਨਾਂ ਪਤਾ ਹੈ ਜਿਹੜੇ ਅਫਸਰਾਂ ਨੇ ਸਿਕਿਉਰਿਟੀ ਵਿਡਾਊ ਕੀਤੀ ਗਈ ਹੈ ਉਹ ਫਸਣਗੇ, ਮੁੱਖ ਮੰਤਰੀ ਫਸੂਗਾ ਕਿਉਂਕਿ ਉਹਨੇ ਆਰਡਰ ਕੀਤਾ ਹੈ। ਇਹਨਾਂ ਦੀ ਆਮ ਆਦਮੀ ਪਾਰਟੀ ਦੀ ਸੋਸ਼ਲ ਮੀਡੀਆ ਟੀਮ ਫਸੂਗੀ ਜਿਨ੍ਹਾਂ ਨੇ ਪਬਲਿਸਾਈਜ਼ ਕੀਤਾ ਹੈ, ਕਿਉਂਕਿ ਅੱਜ ਇਹਨਾਂ ਨੇ ਮਰਡਰ ਕੀਤਾ ਉਹਨਾਂ ਨੇ ਆਪਣਾ ਕਲੀਅਰ ਬਿਆਨ ਦੇ ਦਿੱਤਾ ਹੈ। ਉਹਨਾਂ ਬਿਆਨ ਵੀ ਰਿਲੀਜ਼ ਹੋਇਆ, ਉਹਨਾਂ ਆਡੀਓ ਕਲਿੱਪ ਵੀ ਰਿਲੀਜ਼ ਹੋਈ ਹੈ ਜਿੱਥੇ ਉਹਨਾਂ ਨੇ ਕਿਹਾ ਕਿ ਅੱਜ ਸਿਕਿਉਰਿਟੀ ਵਿਡਰਾ ਹੋ ਗਈ, ਹੁਣ ਕੱਲ ਮਾਰ ਦਿਓ। तो आ सीबीआई इंक्वायरी होए, इंसाफ ता मिलूगा ते जिन्हां ने कानून तोड़ के सिक्योरिटी विड्रॉ की है अंदर जाएंगे ता इंसाफ मिलूगा। एक कानून है कि जिन्नियां भी स्टेटां बनियां जेड़ी नवी स्टेट बनती है उन्होंने नवा कैपिटल बनता है, पुरानी ओरिजिनल स्टेट कोले ओरिजिनल कैपिटल रहिंदा है। जिन्नी कमेटियां बनियां, राजीव लौंगोवाल अकॉर्ड भी होया, जिन्हें अपने संघर्ष किए, क्लियर हो गया सी कि चंडीगढ़ पंजाब का हिस्सा है। पार्लीमेंट ने भी रैक्टिफाई किया, राजीव गांधी लौंगोवाल अकॉर्ड, हरियाणा असैंबली ने भी ते पंजाब असैंबली ने रैटिफाई किया कि चंडीगढ़ अपना हिस्सा है। पर आ जिहड़ा बड़ा डेंजरस काम किया भगवंत मान ने, जिन्हें स्टेटमेंट दे के क्या कि हरियाणे नूं 10 एकड़ अलॉट की जाए कि सानू भी दी जाए, मतलब कि अपने घर में किसी नूं होर कहा कि कोठा पा लो। ਪਾਰਲੀਮੈਂਟ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਲੋਕ ਸਭਾ ਅਤੇ ਰਾਜ ਸਭਾ ਵਿੱਚ ਕੁਝ ਸ਼ਬਦਾਂ ਦੇ ਬੋਲਣ ਤੇ ਲਗਾਈ ਰੋਕ ਨੂੰ ਲੈ ਕੇ ਆਮ ਆਦਮੀ ਪਾਰਟੀ ਆਗੂ ਅਤੇ ਰਾਜ ਸਭਾ ਮੈਂਬਰ ਰਾਘਵ ਚੱਡਾ ਨੇ ਭਾਜਪਾ ਸਰਕਾਰ ਤੇ ਤੰਜ ਕੱਸਿਆ ਹੈ ਅਤੇ ਕਿਹਾ ਹੈ ਕਿ ਇਹ ਵਿਰੋਧੀ ਧਿਰਾਂ ਦੀ ਆਵਾਜ਼ ਨੂੰ ਦਬਾਉਣ ਦੀ ਸੋਚੀ ਸਮਝੀ ਸਾਜ਼ਿਸ਼ ਹੈ। ਚੱਡਾ ਨੇ ਸੋਸ਼ਲ ਮੀਡੀਆ ਤੇ ਲਿਖਿਆ ਕਿ ਇਹ ਜਾਣ ਕੇ ਚੰਗਾ ਲੱਗਿਆ ਕਿ ਕੇਂਦਰ ਦੀ ਭਾਜਪਾ ਸਰਕਾਰ ਉਹਨਾਂ ਦੀ ਕਾਰਗੁਜ਼ਾਰੀ ਨੂੰ ਦਰਸਾਉਣ ਵਾਲੇ ਵਿਸ਼ਲੇਸ਼ਣਾਂ ਤੋਂ ਭਲੀ ਭਾਂਤੀ ਜਾਣੂ ਹੈ। ਉਹਨਾਂ ਅਨੁਸਾਰ ਜਿਨ੍ਹਾਂ ਸ਼ਬਦਾਂ ਤੇ ਪਾਬੰਦੀ ਲਗਾਈ ਗਈ ਹੈ ਉਹ ਸਾਰੇ ਸ਼ਬਦ ਭਾਜਪਾ ਸਰਕਾਰ ਨੂੰ ਉਚਿਤ ਅਤੇ ਸਹੀ ਢੰਗ ਦੇ ਨਾਲ ਬਿਆਨ ਕਰਦੇ ਨੇ। ਚੱਡਾ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕੁਝ ਸ਼ਬਦ ਜਿਵੇਂ ਕਿ ਜੁਮਲਾਜੀਵੀ, ਬਾਲ ਬੁੱਧੀ ਭ੍ਰਿਸ਼ਟ, ਦੋਗਲਾਪਨ, ਡਰਾਮਾ, ਅਸਮਰੱਥ, ਨਟੰਕੀ, ਤਾਨਾਸ਼ਾਹ ਆਦਿ ਤੇ ਰੋਕ ਦਰਸਾਉਂਦੀ ਹੈ ਕਿ ਇਹ ਸਾਰੇ ਸ਼ਬਦ ਭਾਜਪਾ ਆਗੂਆਂ ਨੂੰ ਸ਼ੀਸ਼ਾ ਦਿਖਾਉਂਦੇ ਨੇ। ਇਸ ਦੇ ਲਈ ਭਾਜਪਾ ਸਰਕਾਰ ਨੇ ਇਹਨਾਂ ਨੂੰ ਗੈਰ ਸੰਸਦੀ ਐਲਾਨ ਦਿੱਤਾ ਹੈ। ਕੇਂਦਰ ਦੀ ਮੋਦੀ ਸਰਕਾਰ ਨਹੀਂ ਚਾਹੁੰਦੀ ਕਿ ਦੇਸ਼ ਦੀ ਸੰਸਦ ਦੇ ਵਿੱਚ ਲੋਕਾਂ ਵੱਲੋਂ ਚੁਣੇ ਨੁਮਾਇੰਦੇ ਭਾਜਪਾ ਦੀਆਂ ਨਾਕਾਮੀਆਂ ਦੀ ਪੋਲ ਖੋਲਣ। But on the other hand, it is extremely disappointing that this gag order has been issued on parliamentarians, and all those words that the members of the opposition use to describe the policies of the government, to critique the policies and the functioning of the government, have been declared unparliamentary. I think this gag order, this list, revised list of unparliamentary words itself is an act of that must be termed unparliamentary. It is an unparliamentary, unpardonable act, and the government must reconsider this.
By issuing such gag orders on members of parliament, it appears that the government of India is at some level fearful of the truth. They don't want to face the truth. And that is why they are issuing these gag orders and advising members of parliament from not using these words. ਦੱਖਣੀ ਕੈਰੋਲੀਨਾ ਦੇ ਬਰਖਾਸਤ ਕੀਤੇ ਗਏ ਅਟਾਰਨੀ ਰਿਚਰਡ ਐਲੈਕਸ ਮੁਰਡੌਕ ਵਿਰੁੱਧ ਆਪਣੀ ਪਤਨੀ ਤੇ ਪੁੱਤਰ ਦੇ ਦੋਹਰੇ ਕਤਲ ਦੇ ਮਾਮਲੇ ਦੇ ਵਿੱਚ ਦੋਸ਼ ਆਇਦ ਕੀਤੇ ਗਏ ਨੇ। ਇਹ ਜਾਣਕਾਰੀ ਰਾਜ ਦੇ ਅਟਾਰਨੀ ਜਨਰਲ ਨੇ ਦਫ਼ਤਰ ਨੇ ਦਿੱਤੀ ਹੈ। ਸਾਬਕਾ ਅਟਾਰਨੀ ਮੁਰਡੌਕ, ਜਿਸ ਦਾ ਪਰਿਵਾਰ ਛੋਟੀ ਹੈਮਪਟਨ ਕਾਉਂਟੀ ਦੀ ਨਿਆਂ ਪ੍ਰਣਾਲੀ ਦੇ ਵਿੱਚ ਤਕਰੀਬਨ ਇੱਕ ਸਦੀ ਤੱਕ ਛਾਇਆ ਰਿਹਾ, ਪਹਿਲਾਂ ਹੀ ਜੇਲ੍ਹ ਦੇ ਵਿੱਚ ਹੈ ਅਤੇ ਉਸ ਨੂੰ ਅਨੇਕਾਂ ਅਪਰਾਧਾਂ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿਛਲੇ ਮਹੀਨੇ ਜੂਨ ਦੇ ਵਿੱਚ ਉਸ ਦੀ ਪਤਨੀ 52 ਸਾਲਾ ਮੈਗੀ ਤੇ 22 ਸਾਲਾ ਪੁੱਤਰ ਪਾਲ ਮੁਰਡੌਕ ਦੀ ਹੱਤਿਆ ਕਰ ਦਿੱਤੀ ਗਈ ਸੀ। ਕੋਲਸਲੈਟਨ ਕਾਉਂਟੀ ਗ੍ਰੈਂਡ ਜਿਊਰੀ ਸਾਹਮਣੇ ਉਸ ਵਿਰੁੱਧ ਦੋਹਰੇ ਕਤਲ ਦੇ ਹਥਿਆਰ ਰੱਖਣ ਦੇ ਦੋਸ਼ ਲਾਏ ਗਏ ਨੇ। ਜੇਕਰ ਇਹ ਦੋਸ਼ ਸਹੀ ਸਾਬਤ ਹੋ ਜਾਂਦੇ ਨੇ ਤਾਂ ਉਸ ਨੂੰ ਬਿਨਾਂ ਜ਼ਮਾਨਤ ਦੇ 30 ਸਾਲ ਜੇਲ੍ਹ ਦੇ ਵਿੱਚ ਕੱਟਣੇ ਪੈਣਗੇ। ਰਾਜ ਦੇ ਕਾਨੂੰਨ ਤਹਿਤ ਇਸਤਾਗਾਸਾ ਪੱਖ ਉਸ ਨੂੰ ਮੌਤ ਦੀ ਸਜ਼ਾ ਦੇਣ ਦੀ ਵੀ ਮੰਗ ਕਰਦਾ ਹੈ, ਕਿਉਂਕਿ ਰਾਜ ਦਾ ਕਾਨੂੰਨ ਇੱਕ ਤੋਂ ਵੱਧ ਹੱਤਿਆਵਾਂ ਦੇ ਦੋਸ਼ੀ ਨੂੰ ਮੌਤ ਦੀ ਸਜ਼ਾ ਦੇਣ ਦੀ ਇਜਾਜ਼ਤ ਦਿੰਦਾ ਹੈ। ਮੁਰਡੌਕ ਦੇ ਵਕੀਲਾਂ ਜਿਮ ਗ੍ਰਿਫਨ ਤੇ ਰਿਚਰਡ ਹਾਪੂਟਲੀਅਨ ਨੇ ਆਪਣੇ ਮੁਵੱਕਲ ਨੂੰ ਨਿਰਦੋਸ਼ ਦੱਸਿਆ ਹੈ ਤੇ ਕਿਹਾ ਹੈ ਕਿ ਲਾ ਇਨਫੋਰਮੈਂਟ ਅਧਿਕਾਰੀਆਂ ਨੇ ਜਲਦਬਾਜ਼ੀ ਕੀਤੀ ਹੈ। ਉਹਨਾਂ ਕਿਹਾ ਕਿ ਮੁਰਡੌਕ ਦਾ ਇਹਨਾਂ ਕਤਲਾਂ ਪਿੱਛੇ ਕੋਈ ਮਕਸਦ ਨਜ਼ਰ ਨਹੀਂ ਆਉਂਦਾ। ਫਲੋਰੀਡਾ ਦੀ ਇੱਕ ਔਰਤ ਵਿਰੁੱਧ ਏਸ਼ੀਆਈ ਮੂਲ ਦੀਆਂ ਔਰਤਾਂ ਉੱਪਰ ਮਿਰਚਾਂ ਦੀ ਸਪਰੇਅ ਕਰਨ ਤੇ ਉਹਨਾਂ ਵਿਰੁੱਧ ਜਾਤੀ ਟਿੱਪਣੀਆਂ ਕਰਨ ਦੇ ਮਾਮਲੇ ਦੇ ਵਿੱਚ ਨਫ਼ਰਤੀ ਅਪਰਾਧ ਤਹਿਤ ਮੁਕੱਦਮਾ ਚੱਲੇਗਾ। ਉਸ ਵਿਰੁੱਧ ਨਫ਼ਰਤੀ ਅਪਰਾਧ ਦੇ 12 ਦੋਸ਼ ਲਾਏ ਗਏ ਨੇ। ਇਹ ਜਾਣਕਾਰੀ ਮੈਨਹੈਟਨ ਡਿਸਟ੍ਰਿਕਟ ਅਟਾਰਨੀ ਦੇ ਦਫ਼ਤਰ ਨੇ ਦਿੱਤੀ ਹੈ। ਡਿਸਟ੍ਰਿਕਟ ਅਟਾਰਨੀ ਅਲਵਿਨ ਬਰਾਗ ਨੇ ਜਾਰੀ ਇੱਕ ਪ੍ਰੈਸ ਬਿਆਨ ਦੇ ਵਿੱਚ ਕਿਹਾ ਕਿ 47 ਸਾਲਾ ਮੇਡਲਾਈਨ ਬਾਰਕਰ ਵਿਰੁੱਧ ਹਮਲਾ ਕਰਨ ਤੇ ਭੜਕਾਊ ਟਿੱਪਣੀਆਂ ਕਰਨ ਦੇ ਦੋਸ਼ ਆਇਦ ਕੀਤੇ ਗਏ ਨੇ। ਬਰਾਗ ਨੇ ਕਿਹਾ ਕਿ ਬਾਰਕਰ ਵੱਲੋਂ ਏਸ਼ੀਅਨ ਔਰਤਾਂ ਨੂੰ ਕਹੇ ਕਿ ਸ਼ਬਦ ਗੋ ਬੈਕ ਟੂ ਯੋਰ ਕੰਟਰੀ ਬਹੁਤ ਹੀ ਮਾਨਸਿਕ ਦੁੱਖ ਦੇਣ ਵਾਲੇ ਹਨ। ਇਸ ਤੋਂ ਇਲਾਵਾ ਉਸ ਤੇ ਮਿਰਚਾਂ ਦੀ ਸਪਰੇਅ ਕਰਕੇ ਸਰੀਰਕ ਨੁਕਸਾਨ ਪਹੁੰਚਾਇਆ ਹੈ। ਇਸ ਸਮੇਂ ਬਾਰਕਰ ਨਿਊਯਾਰਕ ਪੁਲਿਸ ਦੀ ਹਿਰਾਸਤ ਦੇ ਵਿੱਚ ਹੈ। ਇਸਤਾਗਾਸਾ ਪੱਖ ਅਨੁਸਾਰ ਬਾਰਕਰ ਨੇ 4 ਏਸ਼ੀਅਨ ਔਰਤਾਂ ਉੱਪਰ ਹਮਲਾ ਕੀਤਾ, ਉਹਨਾਂ ਤੇ ਮਿਰਚਾਂ ਦੀ ਸਪਰੇਅ ਕੀਤੀ ਹੈ ਤੇ ਕਥਿਤ ਤੌਰ ਤੇ ਏਸ਼ੀਅਨਾਂ ਬਾਰੇ ਭੱਦੀਆਂ ਟਿੱਪਣੀਆਂ ਕੀਤੀਆਂ ਨੇ। ਇਹ ਘਟਨਾ ਨਿਊਯਾਰਕ ਦੀ ਮੈਨਹੈਟਨ ਸਟਰੀਟ ਤੇ ਪਿਛਲੇ ਮਹੀਨੇ 11 ਜੂਨ ਨੂੰ ਵਾਪਰੀ ਸੀ। ਬੀਤੇ ਦਿਨੀ ਕੈਨੇਡਾ ਦੇ ਅਲਬਰਟਾ ਸੂਬੇ ਦੇ ਵਿੱਚ ਇੱਕ ਦੁਖਦਾਇਕ ਖਬਰ ਸਾਹਮਣੇ ਆਈ ਹੈ, ਜਿਸ ਵਿੱਚ ਭਾਰਤ ਦੇ ਕੇਰਲ ਨਾਲ ਸੰਬੰਧਿਤ 3 ਨੌਜਵਾਨਾਂ ਦੀ ਮੌਤ ਹੋ ਗਈ, ਜਿਨ੍ਹਾਂ ਓਡੀ ਪਹਿਚਾਣ ਜਿਓਪਾਈਲੀ, ਕੇਵਨ ਸਾਜੀ ਅਤੇ ਲਿਓ ਦੇ ਵਜੋਂ ਹੋਈ ਹੈ। ਪਤਾ ਲੱਗਾ ਹੈ ਕਿ ਕੈਨੇਡਾ ਦੇ ਅਲਬਰਟਾ ਸੂਬੇ ਵਿੱਚ ਇੱਕ ਕਿਸ਼ਤੀ ਦੁਰਘਟਨਾ ਦੇ ਵਿੱਚ ਇਹ 3 ਕੇਰਲਾ ਦੇ ਵਾਸੀ ਇੱਕ ਪਾਣੀ ਵਾਲੀ ਡੂੰਘੀ ਖਾਈ ਦੇ ਵਿੱਚੋਂ ਇਹਨਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਨੇ, ਜੋ ਬੀਤੇ ਦਿਨੀ ਇੱਕ ਵੀਕਐਂਡ ਤੇ ਖੁਸ਼ੀ-ਖੁਸ਼ੀ ਮਨੋਰੰਜਨ ਯਾਤਰਾ ਤੇ ਗਏ ਸਨ। ਇਸ ਦੌਰਾਨ ਇਹ ਹਾਦਸਾ ਇੱਕ ਆਪਣੇ ਹਮਵਤਨ ਨੂੰ ਬਚਾਉਣ ਦੀ ਕੋਸ਼ਿਸ਼ ਦੌਰਾਨ ਵਾਪਰਿਆ ਅਤੇ ਇਹ 3 ਨੌਜਵਾਨ ਮਾਰੇ ਗਏ ਨੇ। ਮਰਨ ਵਾਲਿਆਂ ਦੇ ਵਿੱਚ 2 ਵਿਅਕਤੀ ਸ਼ਾਮਲ ਹਨ ਜੋ ਕਿ ਏਰਨਾਕੁਲਮ ਜ਼ਿਲ੍ਹੇ ਦੇ ਰਹਿਣ ਵਾਲੇ ਸਨ ਅਤੇ ਇੱਕ ਨੌਜਵਾਨ ਨੇੜਲੇ ਤ੍ਰਿਸ਼ੂਰ ਜ਼ਿਲ੍ਹੇ ਦਾ ਸੀ। ਮਰਨ ਵਾਲਿਆਂ ਦੇ ਨਾਲ ਲਿਓ ਮਾਵਲੀ 41 ਸਾਲਾ, ਜਿਓਪਾਈਲੀ ਅਤੇ ਕੇਵਿਨ ਸਾਜੀ 21 ਸਾਲਾ ਨੇ। ਕੇਰਲਾ ਦੇ ਲਿਓ ਚਾਲਕੁੰਡੀ ਦੇ ਨੇੜੇ ਅਥਰਾਪਿੱਲੀ ਦਾ ਵਸਨੀਕ ਸੀ, ਜੋ ਮਾਲਿਆਤਰੂ ਦੇ ਨੀਲੇਸ਼ਵਰ ਧਾਮ ਦਾ ਰਹਿਣ ਵਾਲਾ ਸੀ। ਸਾਜੀ ਐਰਨਾਕੁਲਮ ਦੇ ਬਾਹਰਵਾਰ ਕਾਲਾ ਮਸੇਰੀ ਦੇ ਰਹਿਣ ਵਾਲੇ ਸਨ। ਇਹ ਦਰਦਨਾਕ ਹਾਦਸਾ ਲੰਘੇ ਐਤਵਾਰ ਨੂੰ ਸਵੇਰੇ 10:30 ਵਜੇ ਦੇ ਕਰੀਬ ਬੈਨਫ ਨੈਸ਼ਨਲ ਪਾਰਕ ਦੇ ਵਿੱਚ ਕੈਨਮੋਰ ਕਸਬੇ ਦੇ ਨੇੜੇ ਸਪਰੇ ਲੇਕਸ ਰਿਜ਼ਰਵਰੀ ਦੇ ਵਿੱਚ ਵਾਪਰਿਆ, ਜਿੱਥੇ ਕਿਸ਼ਤੀ ਪਲਟੀ। 4 ਮੈਂਬਰੀ ਗਰੁੱਪ ਜੀਓ ਦੀ ਮਾਲਕੀ ਵਾਲੀ ਕਿਸ਼ਤੀ ਤੇ ਮੱਛੀਆਂ ਫੜਨ ਲਈ ਗਏ ਸਨ ਤੇ ਇਹ ਪਾਣਾ ਵਰਤ ਗਿਆ ਤੇ ਸਾਰਿਆਂ ਦੀ ਮੌਤ ਹੋ ਗਈ। ਕੰਜ਼ਰਵੇਟਿਵ ਪਾਰਟੀ ਦੇ ਨੇਤਾ ਅਤੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਦੇ ਰੂਪ ਦੇ ਵਿੱਚ ਬੋਰਿਸ ਜਾਨਸਨ ਦੀ ਜਗ੍ਹਾ ਲੈਣ ਦੀ ਦੌੜ ਦੇ ਵਿੱਚ ਰਿਸ਼ੀ ਸੁਨਕ ਨੇ ਆਪਣੀ ਮਜ਼ਬੂਤ ਪਕੜ ਬਣਾ ਲਈ ਹੈ। ਵੀਰਵਾਰ ਨੂੰ ਦੂਜੇ ਪੜਾਅ ਦੀ ਵੋਟਿੰਗ ਦੇ ਵਿੱਚ ਉਹ 101 ਵੋਟਾਂ ਦੇ ਨਾਲ ਮੁੜ ਜੇਤੂ ਰਿਹਾ। ਟੋਰੀ ਪਾਰਟੀ ਦੀ ਲੀਡਰਸ਼ਿਪ ਲਈ ਇਸ ਮੁਕਾਬਲੇ ਦੇ ਵਿੱਚ ਹੁਣ ਸਿਰਫ 5 ਉਮੀਦਵਾਰ ਹੀ ਬਚੇ ਨੇ। ਭਾਰਤੀ ਮੂਲ ਦੀ ਅਟਾਰਨੀ ਜਨਰਲ ਸੁਏਲਾ ਬ੍ਰੇਵਰਮੈਨ ਸਭ ਤੋਂ ਘੱਟ 27 ਵੋਟਾਂ ਪ੍ਰਾਪਤ ਹੋਣ ਦੇ ਨਾਲ ਇਸ ਦੌੜ ਤੋਂ ਬਾਹਰ ਹੋ ਗਈ ਹੈ। ਸੰਸਦ ਮੈਂਬਰਾਂ ਦੇ ਵੱਲੋਂ ਦੂਜੇ ਪੜਾਅ ਦੀ ਵੋਟਿੰਗ ਦੇ ਬਾਅਦ ਅੱਗੇ ਵਧਦੇ ਇਸ ਮੁਕਾਬਲੇ ਦੇ ਵਿੱਚ ਸੁਨਕ ਦੇ ਇਲਾਵਾ ਵਪਾਰ ਮੰਤਰੀ ਪੈਨੀ ਮੋਰਡਵੈਂਟਾ 83 ਵੋਟਾਂ ਦੇ ਨਾਲ, ਵਿਦੇਸ਼ੀ ਮੰਤਰੀ ਲਿਜ਼ ਟਰਸ 64 ਵੋਟਾਂ ਦੇ ਨਾਲ, ਸਾਬਕਾ ਮੰਤਰੀ ਕੇਬੀ ਬਾਇਡਨੋਕ 49 ਵੋਟਾਂ ਅਤੇ ਕੰਜ਼ਰਵੇਟਿਵ ਪਾਰਟੀ ਦੇ ਨੇਤਾ ਟੌਮ ਡੁਗਿਨੈਂਡ 32 ਵੋਟਾਂ ਜਿਹੜੇ ਨੇ ਉਹ ਬਚੇ ਨੇ। ਕੰਜ਼ਰਵੇਟਿਵ ਪਾਰਟੀ ਦੇ ਮੈਂਬਰਾਂ ਦੇ ਵਿਚਾਲੇ ਵੋਟਿੰਗ ਦੇ ਅਗਲੇ 5 ਪੜਾਅ ਪੂਰੇ ਹੋਣ ਦੇ ਨਾਲ ਹੀ ਆਗਾਮੀ ਵੀਰਵਾਰ ਤੱਕ ਸਿਰਫ 2 ਨੇਤਾ ਇਸ ਦੌੜ ਦੇ ਵਿੱਚ ਰਹਿ ਜਾਣਗੇ।
ਹੁਣ ਸਭ ਦੀਆਂ ਨਜ਼ਰਾਂ ਇਸ ਗੱਲ ਤੇ ਟਿਕੀਆਂ ਹੋਈਆਂ ਨੇ ਕਿ ਬ੍ਰੇਵਰਮੈਨ ਅਤੇ ਉਹਨਾਂ ਦੇ ਸਮਰਥਕ ਕਿਸ ਦੇ ਪੱਖ ਵਿੱਚ ਜਾਣਗੇ ਅਤੇ ਉਹਨਾਂ ਨੂੰ ਮਿਲੀਆਂ 27 ਵੋਟਾਂ 5 ਉਮੀਦਵਾਰਾਂ ਦੇ ਵਿੱਚੋਂ ਕਿਸ ਨੂੰ ਮਜ਼ਬੂਤੀ ਪ੍ਰਦਾਨ ਕਰਨਗੀਆਂ। ਸੋਨਮ 22 ਸਾਲਾ ਨੇ ਪਹਿਲਾਂ ਇੱਕ ਇੰਟਰਵਿਊ ਦੇ ਵਿੱਚ ਕਿਹਾ ਸੀ ਕਿ ਮੈਨੂੰ ਇਸ ਗੱਲ ਦਾ ਭਰੋਸਾ ਹੈ ਕਿ ਕੀਰ ਸਟਾਰਮਰ ਯਾਨੀ ਕਿ ਵਿਰੋਧੀ ਲੇਬਰ ਪਾਰਟੀ ਦੇ ਨੇਤਾ ਨੂੰ ਹਰਾਉਣਾ ਅਤੇ ਚੋਣ ਦੇ ਵਿੱਚ ਜਿੱਤ ਹਾਸਲ ਕਰਨ ਦੇ ਲਈ ਮੈਂ ਸਰਵਸ਼੍ਰੇਸ਼ਟ ਵਿਅਕਤੀ ਹਾਂ। ਬ੍ਰਿਟੇਨ ਦੇ ਬ੍ਰਿਟਿਸ਼ ਭਾਰਤੀ ਸਾਬਕਾ ਵਿੱਤ ਮੰਤਰੀ ਅਤੇ ਇਨਫੋਸਿਸ ਦੇ ਸਹਿ ਸੰਸਪਾਦਕ ਨਾਰਾਇਣ ਮੂਰਤੀ ਦੇ ਜਵਾਈ ਸੁਨਕ ਆਖਰੀ 2 ਉਮੀਦਵਾਰਾਂ ਦੇ ਵਿੱਚ ਸ਼ਾਮਲ ਹੋ ਸਕਦੇ ਨੇ। ਜੌਨਸਨ ਦੇ ਉੱਤਰਾਧਿਕਾਰੀ ਦਾ ਨਾਮ 5 ਸਤੰਬਰ ਤੱਕ ਸਾਹਮਣੇ ਆ ਜਾਵੇਗਾ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਦੀ ਪਹਿਲੀ ਪਤਨੀ ਇਵਾਨਾ ਟਰੰਪ ਦਾ 73 ਸਾਲਾਂ ਦੀ ਉਮਰ 'ਚ ਦੇਹਾਂਤ ਹੋ ਗਿਆ। ਡੋਨਲਡ ਟਰੰਪ ਨੇ ਇਸ ਬਾਰੇ ਸੋਸ਼ਲ ਮੀਡੀਆ ਤੇ ਜਾਣਕਾਰੀ ਦਿੱਤੀ ਹੈ। ਇਵਾਨਾ ਟਰੰਪ ਦਾ ਦੇਹਾਂਤ ਨਿਊਯਾਰਕ ਦੇ ਵਿੱਚ ਹੋਇਆ। ਉਹਨਾਂ ਨੇ ਡੋਨਲਡ ਟਰੰਪ ਨਾਲ ਸਾਲ 1977 ਦੇ ਵਿੱਚ ਵਿਆਹ ਕੀਤਾ ਸੀ ਅਤੇ ਸਾਲ 1992 ਦੇ ਵਿੱਚ ਉਹਨਾਂ ਦਾ ਤਲਾਕ ਹੋ ਗਿਆ ਸੀ। ਡੋਨਲਡ ਟਰੰਪ ਨੇ ਪਹਿਲੀ ਪਤਨੀ ਦੇ ਦੇਹਾਂਤ ਦੀ ਸੂਚਨਾ ਦਿੰਦੇ ਹੋਏ ਲਿਖਿਆ ਕਿ ਇਵਾਨਾ ਟਰੰਪ ਦੇ ਨਾਲ ਪਿਆਰ ਕਰਨ ਵਾਲੇ ਲੋਕਾਂ ਨੂੰ ਇਹ ਦੱਸਦੇ ਹੋਏ ਮੈਨੂੰ ਬਹੁਤ ਦੁੱਖ ਹੋ ਰਿਹਾ ਹੈ ਕਿ ਉਹਨਾਂ ਦਾ ਨਿਊਯਾਰਕ ਸ਼ਹਿਰ 'ਚ ਦੇਹਾਂਤ ਹੋ ਗਿਆ ਹੈ। ਉਹ ਇੱਕ ਅਦਭੁਤ ਅਤੇ ਸੁੰਦਰ ਔਰਤ ਸੀ ਜਿਨ੍ਹਾਂ ਨੇ ਇੱਕ ਪ੍ਰੇਰਨਾਦਾਇਕ ਜੀਵਨ ਬਤੀਤ ਕੀਤਾ। ਇਵਾਨਾ ਟਰੰਪ ਦੇ 3 ਬੱਚੇ ਡੋਨਲਡ ਟਰੰਪ ਜੂਨੀਅਰ, ਇਵਾਂਕਾ ਅਤੇ ਐਰਿਕ ਤੇ ਉਹਨਾਂ ਨੂੰ ਮਾਣ ਹੈ। ਸਾਨੂੰ ਵੀ ਇਵਾਨਾ ਟਰੰਪ ਤੇ ਮਾਣ ਹੈ। ਡੋਨਲਡ ਟਰੰਪ ਨਾਲ ਵਿਆਹ ਮਗਰੋਂ ਇਵਾਨਾ ਟਰੰਪ ਨੇ ਪਰਿਵਾਰਕ ਕਾਰੋਬਾਰ 'ਚ ਵੱਡੀ ਭੂਮਿਕਾ ਨਿਭਾਈ ਸੀ। ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਵੀਰਵਾਰ ਨੂੰ ਕਿਹਾ ਕਿ ਅਮਰੀਕਾ ਪਟੜੀ ਤੋਂ ਉਤਰੇ ਪਰਮਾਣੂ ਸਮਝੌਤੇ ਦੇ ਲਈ ਈਰਾਨ ਦਾ ਹਮੇਸ਼ਾ ਇੰਤਜ਼ਾਰ ਨਹੀਂ ਕਰੇਗਾ। ਬਾਈਡਨ ਨੇ ਇਸ ਤੋਂ ਪਹਿਲਾਂ ਕਿਹਾ ਸੀ ਕਿ ਜ਼ਰੂਰਤ ਪੈਣ ਤੇ ਉਹ ਈਰਾਨ ਤੇ ਤਾਕਤ ਦੀ ਵਰਤੋਂ ਨੂੰ ਅੰਤਿਮ ਉਪਾਅ ਦੇ ਤੌਰ ਤੇ ਰੱਖਣਾ ਚਾਹੇਗਾ। ਉਹਨਾਂ ਨੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਯਾਪਰ ਲਾਪਿਡ ਦੇ ਨਾਲ ਹੋਈ ਗੱਲਬਾਤ ਤੋਂ ਬਾਅਦ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਕਿਹਾ ਕਿ ਅਮਰੀਕਾ ਨੇ ਈਰਾਨ ਅਗਵਾਈ ਦੇ ਲਈ ਪਰਮਾਣੂ ਸਮਝੌਤੇ ਤੇ ਵਾਪਸ ਪਰਤਣ ਦਾ ਮਾਰਗ ਤਿਆਰ ਕੀਤਾ ਹੈ ਅਤੇ ਹੁਣ ਉਹਨਾਂ ਨੂੰ ਜਵਾਬ ਦੀ ਉਡੀਕ ਹੈ। ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਈਰਾਨ ਨੂੰ ਲੈ ਕੇ ਉਹਨਾਂ ਦਾ ਸਬਰ ਖਤਮ ਹੋ ਰਿਹਾ ਹੈ। ਹਾਲਾਂਕਿ ਉਹਨਾਂ ਨੇ ਉਮੀਦ ਜਤਾਈ ਹੈ ਕਿ ਈਰਾਨ ਨੂੰ ਸਮਝੌਤੇ ਨੂੰ ਮੰਨਣ ਦੇ ਲਈ ਮਨਾਇਆ ਜਾ ਸਕਦਾ ਹੈ। ਉਹਨਾਂ ਕਿਹਾ ਕਿ ਮੇਰਾ ਮੰਨਣਾ ਹੈ ਕਿ ਇਸ ਨਤੀਜੇ ਤੱਕ ਪਹੁੰਚਣ ਦੇ ਲਈ ਕੂਟਨੀਤੀ ਸਭ ਤੋਂ ਵਧੀਆ ਤਰੀਕਾ ਹੈ। ਬਾਈਡਨ ਦਾ ਕੂਟਨੀਤਿਕ ਮਾਰਗ ਲਾਪਿਡ ਦੇ ਵਿਚਾਰਾਂ ਨਾਲ ਮੇਲ ਖਾਂਦਾ ਨਹੀਂ ਦਿਖਾਈ ਦਿੰਦਾ, ਜਿਨ੍ਹਾਂ ਨੇ ਕਿਹਾ ਸੀ ਕਿ ਈਰਾਨ ਨੂੰ ਪਰਮਾਣੂ ਸ਼ਾਮਾਂ ਤਿਆਗਣ ਦੇ ਲਈ ਤਾਕਤ ਦਾ ਡਰ ਦਿਖਾਇਆ ਜਾਣਾ ਚਾਹੀਦਾ ਹੈ। ਲਾਪਿਡ ਨੇ ਪੱਤਰਕਾਰਾਂ ਨੂੰ ਕਿਹਾ ਕਿ ਈਰਾਨ ਸ਼ਾਸਨ ਨੂੰ ਜਾਣਨਾ ਚਾਹੀਦਾ ਹੈ ਕਿ ਜੇਕਰ ਉਹ ਦੁਨੀਆ ਨੂੰ ਧੋਖਾ ਦੇਣਾ ਜਾਰੀ ਰੱਖਦੇ ਹਨ ਤਾਂ ਉਹਨਾਂ ਨੂੰ ਉਸ ਦੀ ਭਾਰੀ ਕੀਮਤ ਚੁਕਾਉਣੀ ਪਵੇਗੀ। ਉਹਨਾਂ ਨੂੰ ਰੋਕਣਾ ਨਾ ਸਿਰਫ ਇੱਕ ਹੀ ਰਸਤਾ ਹੈ ਕਿ ਉਹਨਾਂ ਨੂੰ ਫੌਜ ਦਾ ਡਰ ਵੀ ਦਿਖਾਇਆ ਜਾ ਸਕਦਾ ਹੈ। ਵੈਨਕੂਵਰ ਦੇ ਕਾਰੋਬਾਰੀ ਰਿਪੁਦਮਨ ਸਿੰਘ ਮਲਿਕ ਜੋ ਕਿ 1985 'ਚ 에ਅਰ ਇੰਡੀਆ 'ਚ ਹੋਏ ਬੰਬ ਧਮਾਕਾ ਕੇਸ 'ਚੋਂ 2005 ਦੇ ਵਿੱਚ ਬਰੀ ਹੋ ਗਏ ਸਨ ਦਾ ਵੀਰਵਾਰ ਸਵੇਰੇ ਸਰੀ 'ਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਰਿਪੁਦਮਨ ਸਿੰਘ ਮਲਿਕ ਦੇ ਕਤਲ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਟਵਿੱਟਰ ਤੇ ਰਿਪੁਦਮਨ ਦੇ ਨਾਲ ਤਸਵੀਰਾਂ ਸਾਂਝੀਆਂ ਕਰਦਿਆਂ ਲਿਖਿਆ ਕਿ ਮੈਨੂੰ ਕੈਨੇਡਾ 'ਚ ਸਰਦਾਰ ਰਿਪੁਦਮਨ ਸਿੰਘ ਮਲਿਕ ਦੇ ਦੇਹਾਂਤ ਤੇ ਡੂੰਘਾ ਦੁੱਖ ਹੋਇਆ। ਨੁਕਸਾਨ ਨਾ ਪੂਰਾ ਹੋਣ ਵਾਲਾ ਹੈ। ਸਰਦਾਰ ਮਲਿਕ ਨੇ ਕਈ ਖਾਲਸਾ ਸਕੂਲ ਚਲਾਏ ਅਤੇ ਕੈਨੇਡਾ 'ਚ ਮਾਨਵਤਾਵਾਦੀ ਯਤਨਾਂ 'ਚ ਮੋਹਰੀ ਰਹੇ। ਉਹਨਾਂ ਦੇ ਪਰਿਵਾਰ ਪ੍ਰਤੀ ਮੇਰੀ ਦਿਲੀ ਹਮਦਰਦੀ ਹੈ। ਅਸੀਂ ਉਮੀਦ ਕਰਦੇ ਹਾਂ ਕਿ ਕੈਨੇਡੀਅਨ ਅਧਿਕਾਰੀ ਉਸ ਦੇ ਕਤਲ ਦੀ ਡੂੰਘਾਈ ਦੇ ਨਾਲ ਜਾਂਚ ਕਰਨਗੇ ਅਤੇ ਦੋਸ਼ੀਆਂ ਨੂੰ ਸਜ਼ਾ ਦਿਵਾਉਣਗੇ। ਜ਼ਿਕਰਯੋਗ ਹੈ ਕਿ ਰਿਪੁਦਮਨ ਸਿੰਘ ਦੇ ਕਦੇ ਖਾਲਿਸਤਾਨੀ ਹੋਣ ਦੇ ਦੋਸ਼ ਵੀ ਲੱਗੇ ਸਨ। ਇੱਥੇ ਤੱਕ ਕਿ ਉਹਨਾਂ ਤੇ 1985 'ਚ ਹੋਏ ਬੰਬ ਧਮਾਕੇ ਦੇ ਮਾਮਲੇ 'ਚ ਲੰਬੇ ਸਮੇਂ ਤੱਕ ਕੈਨੇਡਾ 'ਚ ਕੇਸ ਵੀ ਚੱਲਿਆ। ਹਾਲਾਂਕਿ ਇਸ 'ਚ ਉਹਨਾਂ ਨੂੰ ਬਰੀ ਕਰ ਦਿੱਤਾ ਗਿਆ ਸੀ। ਆਬਕਾਰੀ ਵਿਭਾਗ ਅਤੇ ਬਟਾਲਾ ਪੁਲਿਸ ਜ਼ਿਲ੍ਹਾ ਵੱਲੋਂ ਇੱਕ ਜੁਆਇੰਟ ਰੇਡ ਆਪਰੇਸ਼ਨ ਤੇ ਚੱਲਦੇ ਡੇਰਾ ਬਾਬਾ ਨਾਨਕ ਦੇ ਇੱਕ ਪਿੰਡ 'ਚ ਘਰ ਦੀ ਛੱਤ ਤੇ ਬਣਾਈ ਦੇਸੀ ਸ਼ਰਾਬ ਦੀ ਫੈਕਟਰੀ ਦਾ ਪਰਦਾਫਾਸ਼ ਕੀਤਾ ਗਿਆ। ਉੱਥੇ ਹੀ ਘਰ ਦੀ ਛੱਤ ਤੇ ਲੱਗੀ ਪਾਣੀ ਦੀ ਟੈਂਕੀ 'ਚੋਂ ਅਤੇ ਡਰਮਾਂ 'ਚੋਂ ਕਰੀਬ 1500 ਲੀਟਰ ਲਾਣ ਬਰਾਮਦ ਕੀਤੀ ਗਈ ਹੈ, ਜਿਸ ਤੋਂ ਹਜ਼ਾਰਾਂ ਲੀਟਰ ਦੇਸੀ ਸ਼ਰਾਬ ਤਿਆਰ ਹੋਣੀ ਸੀ ਅਤੇ ਵੱਡੀ ਮਾਤਰਾ 'ਚ ਤਿਆਰ ਦੇਸੀ ਸ਼ਰਾਬ ਅਤੇ ਪੱਠੀਆਂ ਵੀ ਮੌਕੇ ਤੇ ਜ਼ਬਤ ਕੀਤੀਆਂ ਗਈਆਂ ਨੇ ਅਤੇ ਘਰ ਦੇ ਮਾਲਕ ਅਰਜੁਨ ਸਿੰਘ ਨੂੰ ਵੀ ਗ੍ਰਿਫਤਾਰ ਕੀਤਾ ਗਿਆ। ਆਬਕਾਰੀ ਵਿਭਾਗ ਦੇ ਇੰਸਪੈਕਟਰ ਦੀਪਕ ਪ੍ਰੈਸ਼ਰ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਉਹਨਾਂ ਦੇ ਵਿਭਾਗ ਦੀ ਟੀਮ ਨੂੰ ਇੱਕ ਵਿਸ਼ੇਸ਼ ਜਾਣਕਾਰੀ ਸੀ ਅਤੇ ਉਸ ਦੇ ਚੱਲਦੇ ਉਹਨਾਂ ਦੇ ਵਿਭਾਗ ਅਤੇ ਡੇਰਾ ਬਾਬਾ ਨਾਨਕ ਪੁਲਿਸ ਦੇ ਵੱਲੋਂ ਕੋਟਲੀ ਵਾਰਿਆਂ ਵਿਖੇ ਰੇਡ ਕੀਤੀ ਗਈ। ਅਰਜੁਨ ਸਿੰਘ ਦੇ ਘਰ ਦੀ ਛੱਤ ਤੇ ਪੂਰੀ ਦੇਸੀ ਸ਼ਰਾਬ ਬਣਾਉਣ ਦੀ ਫੈਕਟਰੀ ਪਾਈ ਗਈ, ਜਿਸ ਦਾ ਖਾਸ ਇਹ ਸੀ ਇਸ ਦੇ ਕਿ ਜੋ ਘਰ ਦੀ ਛੱਤ ਤੇ ਪਾਣੀ ਵਾਲੀ ਟੈਂਕੀ ਸੀ ਉਸ 'ਚ ਹਜ਼ਾਰਾਂ ਲੀਟਰ ਲਾਣ ਸੀ ਅਤੇ ਅਨੇਕਾਂ ਲੋਹੇ ਦੇ ਦਰਮ ਅਤੇ ਹੋਰ ਸਮਾਨ ਬਰਾਮਦ ਕੀਤਾ ਗਿਆ। ਉੱਥੇ ਹੀ ਮੌਕੇ ਤੇ ਅਰਜੁਨ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ। ਕਰੀਬ 1500 ਲੀਟਰ ਲਾਣ ਬਰਾਮਦ ਕੀਤੀ ਗਈ, ਜਿਸ ਤੋਂ ਹਜ਼ਾਰਾਂ ਲੀਟਰ ਦੇਸੀ ਸ਼ਰਾਬ ਤਿਆਰ ਹੋਣੀ ਸੀ ਅਤੇ ਵੱਡੀ ਮਾਤਰਾ 'ਚ ਤਿਆਰ ਦੇਸੀ ਸ਼ਰਾਬ ਵੀ ਜ਼ਬਤ ਕੀਤੀ ਗਈ ਹੈ।
ਪਟਿਆਲੇ ਦੇ ਇਤਿਹਾਸਿਕ ਸ਼੍ਰੀ ਕਾਲੀ ਮਾਤਾ ਮੰਦਿਰ ਦੀ ਇੱਕ ਕੰਧ ਤੇ ਖਾਲਿਸਤਾਨ ਸੰਬੰਧੀ ਪੋਸਟਰ ਲਗਾਉਣ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਫਿਰ ਮਾਹੌਲ ਗਰਮ ਹੋ ਗਿਆ। ਹਾਲਾਂਕਿ ਪੋਸਟਰ ਕਿੱਥੇ ਲੱਗਾ ਸੀ ਇਸ ਬਾਰੇ ਅਜੇ ਤੱਕ ਕੋਈ ਵੀ ਜਾਣਕਾਰੀ ਸਪਸ਼ਟ ਨਹੀਂ ਹੋ ਰੱਖੀ। ਇਸ ਦੀ ਨਾ ਤਾਂ ਪੁਲਿਸ ਅਤੇ ਨਾ ਹੀ ਕੋਈ ਹੋਰ ਪੁਸ਼ਟੀ ਕਰ ਰਿਹਾ, ਪਰ ਸੋਸ਼ਲ ਮੀਡੀਆ ਤੇ ਜਿਸ ਤਰੀਕੇ ਦੇ ਨਾਲ ਅੱਤਵਾਦੀ ਗੁਰਬੰਤ ਪੰਨੂ ਦੇ ਨਾਲ ਜੋੜ ਕੇ ਵੀਡੀਓ ਵਾਇਰਲ ਕੀਤੀ ਗਈ ਹੈ, ਜਿਸ ਵਿੱਚ ਇਹ ਕਿਹਾ ਜਾ ਰਿਹਾ ਹੈ ਕਿ ਜੇਕਰ ਖਾਲਿਸਤਾਨੀ ਪੱਖੀ ਸਿੱਖਾਂ ਤੇ ਕੇਸ ਦਰਜ ਕਰਨੇ ਬੰਦ ਨਾ ਕੀਤੇ ਗਏ ਤਾਂ ਰੈਫਰੈਂਡਮ ਦਾ ਝੰਡਾ ਫੜਨ ਵਾਲੇ ਰਾਕਟ ਵੀ ਫੜਨ ਜਾਣਦੇ ਨੇ। ਦੂਜੇ ਪਾਸੇ ਇਸ ਵੀਡੀਓ ਤੋਂ ਬਾਅਦ ਪਟਿਆਲਾ ਪੁਲਿਸ ਨੂੰ ਹੱਥਾਂ ਪੈਰਾਂ ਦੀ ਪੈ ਗਈ ਹੈ ਤੇ ਪੁਲਿਸ ਨੇ ਅਚਾਨਕ ਫਿਰ ਤੋਂ ਕਾਲੀ ਮਾਤਾ ਮੰਦਿਰ ਤੇ ਸੁਰੱਖਿਆ ਪ੍ਰਬੰਧ ਸਖਤ ਕਰ ਦਿੱਤੇ ਨੇ। ਇਸ ਨੂੰ ਲੈ ਕੇ ਅੱਜ ਫਿਰ ਪਟਿਆਲਾ ਦੇ ਵਿੱਚ ਮਾਹੌਲ ਗਰਮ ਮਾਰ ਰਿਹਾ ਹੈ ਅਤੇ ਹਿੰਦੂ ਜਥੇਬੰਦੀਆਂ ਨੇ ਇਸ ਨੂੰ ਸਰਕਾਰ ਅਤੇ ਪਟਿਆਲਾ ਪੁਲਿਸ ਦੀ ਨਲਾਇਕੀ ਕਰਾਰ ਦਿੱਤਾ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵਿਆਹ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਤਖਤ ਸ੍ਰੀ ਅਕਾਲ ਤਖਤ ਸਾਹਿਬ ਤੱਕ ਪਹੁੰਚ ਗਿਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਮਾਮਲੇ ਦੀ ਲਿਖਤੀ ਸ਼ਿਕਾਇਤ ਦਿੱਤੀ ਹੈ। ਦੋਸ਼ੀਆਂ ਖਿਲਾਫ ਕਾਰਵਾਈ ਕਰਨ ਦੀ ਮੰਗ ਵੀ ਕੀਤੀ ਹੈ। SGPC ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਜਥੇਦਾਰ ਨੂੰ ਲਿਖਤੀ ਪੱਤਰ 'ਚ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਵਿਆਹ ਸਮਾਗਮ 'ਚ ਜਿਸ ਗੱਡੀ 'ਚ ਪਾਲਕੀ ਸਾਹਿਬ ਦੇ ਪਵਿੱਤਰ ਸਰੂਪ ਸੁਸ਼ੋਭਿਤ ਸਨ, ਉਸ ਗੱਡੀ ਨੂੰ ਰੋਕ ਕੇ ਚੈਕਿੰਗ ਕੀਤੀ ਗਈ। ਧਾਮੀ ਦਾ ਕਹਿਣਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਕੌਮ ਦੇ ਦੇਵਤਾ ਹਨ ਅਤੇ ਹਰ ਸਿੱਖ ਪਵਿੱਤਰ ਗੁਰਬਾਣੀ ਨੂੰ ਸਤਿਕਾਰ ਕਰਦਾ ਹੈ, ਤੇ ਪਰ ਮੁੱਖ ਮੰਤਰੀ ਭਗਵੰਤ ਮਾਨ ਦੇ ਵਿਆਹ ਸਮਾਗਮ 'ਚ ਉਹਨਾਂ ਦੀ ਸਰਕਾਰੀ ਰਿਹਾਇਸ਼ ਤੇ ਪਵਿੱਤਰ ਸਰੂਪ ਵਾਲੀ ਗੱਡੀ ਰੋਕ ਕੇ ਉਸ ਦੀ ਤਲਾਸ਼ੀ ਲਈ ਜਾਂਦੀ ਹੈ, ਜੋ ਕਿ ਗ੍ਰੰਥ ਸਾਹਿਬ ਦੇ ਰੁਤਬੇ ਅਤੇ ਸਤਿਕਾਰ ਦੀ ਨਿੰਦਾ ਹੈ। ਪ੍ਰਧਾਨ ਦਾ ਕਹਿਣਾ ਹੈ ਕਿ ਸੂਬੇ ਦੇ ਮੁੱਖ ਮੰਤਰੀ ਦੇ ਘਰ 'ਚ ਅਜਿਹਾ ਹੋਣਾ ਬੇਹੱਦ ਦੁੱਖ ਦੀ ਗੱਲ ਹੈ, ਕਿਉਂਕਿ ਮੁੱਖ ਮੰਤਰੀ ਧਰਮ ਦੇ ਸਤਿਕਾਰ ਲਈ ਵਚਨਬੱਧ ਹੁੰਦੇ ਨੇ। ਉਹਨਾਂ ਨੂੰ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਦੀ ਕਦਰ ਕਰਦੇ ਹੋਏ ਧਾਰਮਿਕ ਗ੍ਰੰਥਾਂ ਦੇ ਸਤਿਕਾਰ ਅਤੇ ਮਹੱਤਤਾ ਨੂੰ ਸਮਝਣਾ ਚਾਹੀਦਾ ਹੈ। ਕਮੇਟੀ ਨੇ ਸਿੰਘ ਸਾਹਿਬ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਨੂੰ ਗੰਭੀਰਤਾ ਦੇ ਨਾਲ ਲਿਆ ਜਾਵੇ ਅਤੇ ਕਾਰਵਾਈ ਕੀਤੀ ਜਾਵੇ। ਸਿੱਧੂ ਮੂਸੇਵਾਲਾ ਕਤਲकांड ਦੇ ਮਾਸਟਰਮਾਈਂਡ ਗੋਲਡੀ ਬਰਾੜ, ਜਿਸ ਦੇ ਕੈਨੇਡਾ ਦੇ ਵਿੱਚ ਹੋਣ ਬਾਰੇ ਦੱਸਿਆ ਜਾਂਦਾ ਹੈ, ਨੇ ਅੱਜ ਵੀਡੀਓ ਜਾਰੀ ਕਰਦੇ ਦਾਅਵਾ ਕੀਤਾ ਕਿ ਵਿਕੂ ਮਿੰਟੂ ਖੇੜਾ ਕਤਲ ਤੋਂ ਬਾਅਦ ਗਾਇਕਸ ਵੱਲੋਂ ਸਮਝੌਤੇ ਦੇ ਲਈ ਪੇਸ਼ ਕੀਤੇ 2 ਕਰੋੜ ਰੁਪਏ ਨੂੰ ਠੋਕਰ ਮਾਰ ਦਿੱਤੀ ਗਈ ਸੀ। ਮੱਧਮ ਰੋਸ਼ਨੀ ਦੇ ਵਿੱਚ ਸ਼ੂਟ ਕੀਤੀ ਅਤੇ ਸੋਸ਼ਲ ਮੀਡੀਆ ਤੇ ਪੋਸਟ ਕੀਤੀ ਵੀਡੀਓ ਦੇ ਵਿੱਚ ਗੋਲਡੀ ਨੇ ਮੂੰਹ ਢੱਕਿਆ ਹੋਇਆ ਹੈ। ਉਸਨੇ ਕਿਹਾ ਕਿ ਮੂਸੇਵਾਲਾ ਨੂੰ ਸਿੱਖ ਸ਼ਹੀਦ ਵਜੋਂ ਪੇਸ਼ ਕਰਨ ਤੇ ਦੁਖੀ ਹਾਂ ਔਰ ਵੀਡੀਓ ਸ਼ੂਟ ਕਰਨ ਲਈ ਮਜਬੂਰ ਹੋਣਾ ਪਿਆ। ਉਹ ਸ਼ਹੀਦ ਨਹੀਂ ਹੈ, ਉਸਨੇ ਆਪਣੇ ਗੀਤਾਂ ਰਾਹੀਂ ਆਪਣੇ ਲਈ ਅਕਸ ਤਿਆਰ ਕੀਤਾ ਸੀ। ਉਸ ਨੂੰ ਕਾਇਮ ਰੱਖਣ ਦੇ ਲਈ ਉਸਨੇ ਵਾਰ-ਵਾਰ ਗਲਤੀਆਂ ਕੀਤੀਆਂ, ਜਿਸ ਦੀ ਸਜ਼ਾ ਉਸ ਨੂੰ ਮਿਲੀ ਹੈ। ਅਸੀਂ ਭਾਰਤੀ ਨਿਆਂ ਪ੍ਰਣਾਲੀ ਤੋਂ ਨਿਆਂ ਦੀ ਉਡੀਕ ਕਰਦੇ ਹਾਂ ਪਰ ਅਜਿਹਾ ਨਹੀਂ ਹੋਇਆ। ਕਾਨੂੰਨ ਆਮ ਲੋਕਾਂ ਲਈ ਹੈ, ਵੱਡੇ ਸਿਤਾਰਿਆਂ, ਨੇਤਾਵਾਂ ਅਤੇ ਉਹਨਾਂ ਦੇ ਦੋਸਤਾਂ ਦੇ ਲਈ ਨਹੀਂ। ਇਹ ਉੱਚੇ ਲੋਕ ਜ਼ੁਲਮ ਕਰਦੇ ਹਨ ਅਤੇ ਬਚ ਜਾਂਦੇ ਨੇ, ਪਰ ਸਾਡੇ ਵਰਗੇ ਆਮ ਲੋਕਾਂ ਨੂੰ ਤੁਰੰਤ ਸਜ਼ਾ ਦਿੱਤੀ ਜਾਂਦੀ ਹੈ। ਕਬੂਤਰਬਾਜ਼ੀ ਦੇ ਕਰੀਬ 2 ਦਹਾਕੇ ਪਹਿਲਾਂ ਇੱਥੇ ਦਰਜ ਕੀਤੇ ਗਏ ਇੱਕ ਕੇਸ ਦੇ ਵਿੱਚ ਉੱਗੇ ਪੌਪ ਗਾਇਕ ਦਲੇਰ ਮਹਿੰਦੀ ਨੂੰ ਉੱਪਰਲੀ ਅਦਾਲਤ ਨੇ ਰਾਹਤ ਨਹੀਂ ਦਿੱਤੀ, ਜਿਸ ਕਾਰਨ ਉਸ ਨੂੰ 2 ਸਾਲ ਦੀ ਜੇਲ੍ਹ ਦੀ ਸਜ਼ਾ ਭੁਗਤਣੀ ਪਵੇਗੀ। ਉਸ ਨੂੰ 2018 'ਚ ਜੁਡੀਸ਼ੀਅਲ ਮੈਜਿਸਟ੍ਰੇਟ ਨੇ 2 ਸਾਲਾਂ ਦੀ ਕੈਦ ਦੀ ਸਜ਼ਾ ਸੁਣਾਈ ਸੀ। ਇਸ ਫੈਸਲੇ ਖਿਲਾਫ ਦਲੇਰ ਮਹਿੰਦੀ ਨੇ ਉੱਪਰਲੀ ਅਦਾਲਤ ਵਿੱਚ ਚੁਣੌਤੀ ਦਿੱਤੀ ਸੀ। ਪਟਿਆਲਾ ਦੇ ਵਧੀਕ ਸੈਸ਼ਨ ਜੱਜ HS ਕਰੇਵਾਲ ਦੀ ਅਗਵਾਈ ਹੇਠਲੀ ਅਦਾਲਤ ਨੇ ਅੱਜ ਇਸ ਪਟੀਸ਼ਨ ਨੂੰ ਖਾਰਜ ਕਰ ਦਿੱਤਾ। 2 ਸਾਲਾਂ ਦੀ ਕੈਦ ਦੀ ਸਜ਼ਾ ਬਰਕਰਾਰ ਰਹਿਣ ਮਗਰੋਂ ਦਲੇਰ ਮਹਿੰਦੀ ਨੂੰ ਜੇਲ੍ਹ ਭੇਜ ਦਿੱਤਾ ਗਿਆ। ਦਲੇਰ ਮਹਿੰਦੀ ਖਿਲਾਫ ਥਾਣਾ ਸਦਰ ਪਟਿਆਲਾ ਦੇ ਵਿੱਚ 19 ਸਤੰਬਰ 2003 ਨੂੰ ਕੇਸ ਦਰਜ ਹੋਇਆ ਸੀ, ਜਿਸ ਦੌਰਾਨ ਬਲਬੇੜਾ ਵਾਸੀ ਬਖਸ਼ੀਸ਼ ਸਿੰਘ ਨੇ ਮਹਿੰਦੀ ਭਰਾਵਾਂ ਤੇ ਹੋਰਨਾਂ ਤੇ ਦੋਸ਼ ਲਾਏ ਸਨ ਕਿ ਉਸ ਤੋਂ 13 ਲੱਖ ਰੁਪਏ ਲੈਣ ਦੇ ਬਾਵਜੂਦ ਵਾਅਦੇ ਮੁਤਾਬਕ ਕੈਨੇਡਾ ਨਹੀਂ ਭੇਜਿਆ ਗਿਆ ਅਤੇ ਨਾ ਹੀ ਪੈਸੇ ਵਾਪਸ ਕੀਤੇ ਗਏ ਨੇ। ਕੇਸ ਟ੍ਰਾਇਲ ਦੌਰਾਨ ਕਈ ਸ਼ਿਕਾਇਤਾਂ ਸਿਰੇ ਨਹੀਂ ਲੱਗ ਸਕੀਆਂ। ਉਸ ਵੇਲੇ ਬਖਸ਼ੀਸ਼ ਸਣੇ 31 ਸ਼ਿਕਾਇਤਾਂ ਦੌਰਾਨ 1.94 ਕਰੋੜ ਲੈ ਕੇ ਵੀ ਸੰਬੰਧਿਤ ਵਿਅਕਤੀਆਂ ਨੂੰ ਵਿਦੇਸ਼ ਨਾ ਭੇਜੇ ਜਾਣ ਦੇ ਦੋਸ਼ ਲਗਾਏ ਸਨ। ਸ਼ਮਸ਼ੇਰ ਸਿੰਘ ਮਹਿੰਦੀ ਨੂੰ ਤਾਂ ਕਈ ਮਹੀਨੇ ਜੇਲ੍ਹ 'ਚ ਵੀ ਬਿਤਾਉਣੇ ਪਏ ਸਨ, ਪਰ ਦਲੇਰ ਮਹਿੰਦੀ ਜੇਲ੍ਹ ਜਾਣ ਤੋਂ ਬਚ ਗਏ ਸੀ, ਕਿਉਂਕਿ ਰਿਮਾਂਡ ਖਤਮ ਹੋਣ ਮਗਰੋਂ ਦਲੇਰ ਮਹਿੰਦੀ ਨੂੰ ਜ਼ਮਾਨਤ ਤੇ ਰਿਹਾ ਕਰ ਦਿੱਤਾ ਗਿਆ ਸੀ। ਪੁਲਿਸ ਨੇ ਸਾਲ 2004 ਦੇ ਵਿੱਚ ਚਲਾਨ ਪੇਸ਼ ਕਰਕੇ ਦਲੇਰ ਮਹਿੰਦੀ ਨੂੰ ਬੇਕਸੂਰ ਗਰਦਾਨਿਆ ਸੀ, ਜਿਸ ਕਰਕੇ ਕਈ ਸਾਲਾਂ ਤੱਕ ਉਸ ਨੂੰ ਟ੍ਰਾਇਲ 'ਚ ਵੀ ਸ਼ਾਮਲ ਨਹੀਂ ਕੀਤਾ ਗਿਆ। ਪਰ ਮੁਦਈ ਧਿਰ ਦੇ ਵਕੀਲ ਗੁਰਪ੍ਰੀਤ ਪਸੀਨ ਦੇ ਵੱਲੋਂ ਦਿੱਤੀ ਅਰਜ਼ੀ ਤਹਿਤ ਅਦਾਲਤ ਵੱਲੋਂ ਸੰਮਨ ਜਾਰੀ ਕਰਕੇ ਦਲੇਰ ਮਹਿੰਦੀ ਨੂੰ ਟ੍ਰਾਇਲ ਦਾ ਸਾਹਮਣਾ ਕਰਨ ਦੀ ਤਾਕੀਦ ਕੀਤੀ ਗਈ। ਸ਼ਮਸ਼ੇਰ ਮਹਿੰਦੀ ਅਤੇ ਧਿਆਨ ਸਿੰਘ ਦੀ ਟ੍ਰਾਇਲ ਦੌਰਾਨ ਹੀ ਮੌਤ ਹੋ ਗਈ ਸੀ। ਇਸ ਮਾਮਲੇ ਦੇ ਵਿੱਚ ਬੁਲਬੁਲ ਮਹਿਤਾ ਬਰੀ ਹੋ ਗਿਆ ਸੀ, ਪਰ 2018 'ਚ ਆਏ ਫੈਸਲੇ ਦੌਰਾਨ ਦਲੇਰ ਮਹਿੰਦੀ ਨੂੰ 2 ਸਾਲ ਦੀ ਕੈਦ ਦੀ ਸਜ਼ਾ ਅਤੇ ਜੁਰਮਾਨਾ ਹੋਇਆ ਸੀ। ਇਸ ਫੈਸਲੇ ਨੂੰ ਉੱਪਰੀ ਅਦਾਲਤ 'ਚ ਚੁਣੌਤੀ ਦੇਣ ਕਰਕੇ ਦਲੇਰ ਮਹਿੰਦੀ ਦਾ ਜੇਲ੍ਹ ਜਾਣਾ ਤੋਂ ਬਚਾਅ ਹੋ ਰਿਹਾ ਸੀ। ਇਸ ਦੌਰਾਨ ਦਲੇਰ ਮਹਿੰਦੀ ਨੇ ਇੱਕ ਵਾਰ ਜੇਲ੍ਹ
ਫਿਰ ਜੇਲ੍ਹ ਤੋਂ ਬਚਣ ਲਈ ਆਪਣੇ ਵਕੀਲ ਰਾਹੀਂ ਇਸੇ ਹੀ ਅਦਾਲਤ 'ਚ ਅਰਜ਼ੀ ਦਾਇਰ ਕਰਕੇ ਪ੍ਰੋਬੇਸ਼ਨਰੀ ਰਿਹਾਈ ਦੀ ਅਪੀਲ ਕੀਤੀ ਸੀ, ਪਰ ਅਦਾਲਤ ਨੇ ਤੁਰੰਤ ਹੀ ਗਾਇਕ ਦੀ ਇਹ ਅਰਜ਼ੀ ਖਾਰਜ ਕਰ ਦਿੱਤੀ। ਪਟਿਆਲਾ ਜੇਲ੍ਹ ਦੇ ਵਿੱਚ ਬੰਦ ਬਲਵੰਤ ਸਿੰਘ ਰਾਜੋਆਣਾ ਦੀ ਕਰੋਨਾ ਰਿਪੋਰਟ ਪੋਜ਼ਿਟਿਵ ਆਈ ਹੈ। ਰਿਪੋਰਟ ਪੋਜ਼ਿਟਿਵ ਆਉਂਦੇ ਹੀ ਜੇਲ੍ਹ ਪ੍ਰਸ਼ਾਸਨ ਨੇ ਰਾਜੋਆਣਾ ਨੂੰ ਵੱਖਰੇ ਆਈਸੋਲੇਸ਼ਨ ਵਾਰਡ ਦੇ ਵਿੱਚ ਤਬਦੀਲ ਕਰ ਦਿੱਤਾ ਹੈ। ਇਸ ਤੋਂ ਇਲਾਵਾ ਹੋਰ ਡਾਕਟਰੀ ਸਹਾਇਤਾ ਵੀ ਦਿੱਤੀ ਜਾ ਰਹੀ ਹੈ। ਇਸ ਦੀ ਪੁਸ਼ਟੀ ਜ਼ਿਲ੍ਹਾ ਐਪੀਡੈਮੀਓਲੋਜਿਸਟ ਡਾਕਟਰ ਸੁਮਿਤ ਸਿੰਘ ਨੇ ਕੀਤੀ ਹੈ। ਉਹਨਾਂ ਦੱਸਿਆ ਕਿ ਦੇਰ ਸ਼ਾਮ ਆਈਆਂ ਰਿਪੋਰਟਾਂ ਦੇ ਵਿੱਚ ਕੈਦੀ ਬਲਵੰਤ ਸਿੰਘ ਰਾਜੋਆਣਾ ਦੀ ਰਿਪੋਰਟ ਕਰੋਨਾ ਪੋਜ਼ਿਟਿਵ ਪਾਈ ਗਈ ਹੈ। ਰਾਜੋਆਣਾ ਪਿਛਲੇ ਕੁਝ ਦਿਨਾਂ ਤੋਂ ਖੰਘ, ਜ਼ੁਕਾਮ ਅਤੇ ਬੁਖਾਰ ਤੋਂ ਪੀੜਤ ਸਨ। ਮੋਬਾਈਲ ਦੀ ਜ਼ਿਆਦਾ ਵਰਤੋਂ ਕਰਨ ਵਾਲੇ ਦੋ ਨੌਜਵਾਨਾਂ ਨੇ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ। ਦੋਵੇਂ ਨੌਜਵਾਨ ਆਪਣਾ ਜ਼ਿਆਦਾ ਸਮਾਂ ਮੋਬਾਈਲ ਤੇ ਗੇਮ ਖੇਡ ਕੇ ਬਿਤਾਉਂਦੇ ਸਨ। ਗੇਮ ਖੇਡਣ ਕਾਰਨ ਦੋਵੇਂ ਮਾਨਸਿਕ ਰੂਪ ਦੇ ਵਿੱਚ ਬਿਮਾਰ ਹੋ ਚੁੱਕੇ ਸਨ, ਜਿਨ੍ਹਾਂ ਨੇ ਇਹ ਖੌਫਨਾਕ ਕਦਮ ਚੁੱਕ ਲਿਆ। ਪੁਲਿਸ ਨੇ ਦੋਵਾਂ ਨੌਜਵਾਨਾਂ ਦੀਆਂ ਲਾਸ਼ਾਂ ਕਬਜ਼ੇ ਦੇ ਵਿੱਚ ਲੈ ਕੇ ਸਿਵਲ ਹਸਪਤਾਲ 'ਚੋਂ ਪੋਸਟਮਾਰਟਮ ਕਰਵਾ ਕੇ ਪਰਿਵਾਰ ਦੇ ਹਵਾਲੇ ਕਰ ਦਿੱਤੀਆਂ ਨੇ। ਪਹਿਲਾ ਮਾਮਲਾ ਨਿਊ ਸ਼ਿਵਪੁਰੀ ਇਲਾਕੇ ਦਾ ਹੈ, ਜਿੱਥੇ ਸੁਮਿਤ ਨੇ ਬੀਤੀ ਦਿਨੀ ਕੁੰਡੀ ਦੇ ਨਾਲ ਫਾਹਾ ਲਗਾ ਕੇ ਜਾਨ ਦੇ ਦਿੱਤੀ। ਛੋਟੇ ਭਰਾ ਨੇ ਲਾਸ਼ ਨੂੰ ਲਟਕਦੀ ਦੇਖ ਕੇ ਰੌਲਾ ਪਾਇਆ, ਜਿਸ ਤੋਂ ਬਾਅਦ ਲੋਕਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ। ਦੂਜਾ ਮਾਮਲਾ ਕਿਰਪਾਲ ਨਗਰ ਇਲਾਕੇ ਦਾ ਹੈ, ਜਿੱਥੇ ਜਤਿੰਦਰ ਨੇ ਵੀ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ ਹੈ। ਘਟਨਾ ਸਮੇਂ ਪੂਰਾ ਪਰਿਵਾਰ ਕਿਸੇ ਵਿਆਹ ਸਮਾਗਮ ਦੇ ਵਿੱਚ ਗਿਆ ਹੋਇਆ ਸੀ। ਗੁਆਂਢੀ ਨੇ ਪੁਲਿਸ ਅਤੇ ਪਰਿਵਾਰ ਵਾਲਿਆਂ ਨੂੰ ਘਟਨਾ ਦੀ ਜਾਣਕਾਰੀ ਦਿੱਤੀ। ਜਤਿੰਦਰ ਦੇ ਪਰਿਵਾਰ ਵਾਲਿਆਂ ਨੇ ਦਾ ਕਹਿਣਾ ਹੈ ਕਿ ਉਹ ਜ਼ਿਆਦਾਤਰ ਸਮਾਂ ਗੇਮ ਖੇਡਦਾ ਰਹਿੰਦਾ ਸੀ, ਜਿਸ ਨੂੰ ਕਈ ਵਾਰ ਰੋਕਿਆ ਵੀ ਗਿਆ, ਪਰ ਇਸ ਦੇ ਬਾਵਜੂਦ ਜਤਿੰਦਰ ਨੇ ਗੇਮ ਖੇਡਣਾ ਨਹੀਂ ਛੱਡਿਆ, ਜਿਸ ਕਾਰਨ ਉਹ ਕਾਫੀ ਚਿੜਚਿੜਾ ਅਤੇ ਮਾਨਸਿਕ ਰੂਪ ਦੇ ਵਿੱਚ ਬਿਮਾਰ ਹੋ ਗਿਆ ਸੀ। ਥਾਣਾ ਮੁਖੀ ਰਾਜੇਸ਼ ਠਾਕੁਰ ਨੇ ਦੱਸਿਆ ਕਿ ਦੋਵੇਂ ਕੇਸਾਂ ਦੇ ਵਿੱਚ ਪਤਾ ਲੱਗਾ ਹੈ ਕਿ ਨੌਜਵਾਨ ਮੋਬਾਈਲ ਦੀ ਜ਼ਿਆਦਾ ਵਰਤੋਂ ਕਰਦੇ ਸਨ। ਗੇਮ ਖੇਡਣ ਕਾਰਨ ਨੌਜਵਾਨ ਮਾਨਸਿਕ ਰੂਪ ਦੇ ਵਿੱਚ ਬਿਮਾਰ ਹੋ ਚੁੱਕੇ ਸਨ, ਜਿਸ ਕਾਰਨ ਨੌਜਵਾਨਾਂ ਨੇ ਫਾਹਾ ਲਗਾ ਕੇ ਖੁਦਕੁਸ਼ੀ ਕੀਤੀ ਹੈ। ਪੁਲਿਸ ਨੂੰ ਮੌਕੇ ਤੋਂ ਕੋਈ ਸੁਸਾਈਡ ਨੋਟ ਨਹੀਂ ਬਰਾਮਦ ਹੋਇਆ। ਇਹ ਸੀ ਹੁਣ ਤੱਕ ਦੀਆਂ ਖਬਰਾਂ। ਤੁਸੀਂ ਦੇਖਦੇ ਰਹੋ ਪੰਜਾਬ ਮੇਰੀ USA TV। ਮੈਨੂੰ ਦਿਆ ਸਤਿ ਸ਼੍ਰੀ ਅਕਾਲ।